सत श्री अकाल। मैं जसजीत सिंह अंग्रेजी मास्टर सरकारी हाई स्कूल टैपी ਜ਼ਿਲ੍ਹਾ ਫਰੀਦਕੋਟ। ਪਿਆਰੇ ਬੱਚਿਓ, ਅੱਜ ਅਸੀਂ ਕਲਾਸ 8ਵੀਂ ਦਾ ਪਾਠ ਪੇਂਡੂ ਜੀਵਨ ਅਤੇ ਸਮਾਜ ਦੇ ਅਧੀਨ ਉਪ ਵਿਸ਼ਾ ਕਿਸਾਨਾਂ ਦੁਆਰਾ ਵਿਦਰੋਹ ਦੇ ਬਾਰੇ ਪੜ੍ਹਾਂਗੇ। ਇਸ ਬਾਰੇ ਪੜ੍ਹਨ ਤੋਂ ਪਹਿਲਾਂ ਅਸੀਂ ਥੋੜ੍ਹਾ ਜਿਹਾ ਇਤਿਹਾਸ ਦੇ ਵੱਲ ਜ਼ਰੂਰ ਝਾਤੀ ਮਾਰਾਂਗੇ ਕਿ ਕਿੰਨਾ ਕਾਰਨਾਂ ਕਰਕੇ ਜਿਹੜੇ ਕਿਸਾਨ ਆ ਉਹਨਾਂ ਨੂੰ ਉਸ ਸਮੇਂ ਦੀ ਸਰਕਾਰ ਵਿਰੁੱਧ ਵਿਦਰੋਹ ਕਰਨੇ ਪਏ ਅਤੇ ਆਪਣਾ ਗੁੱਸਾ ਜ਼ਾਹਰ ਕਰਨਾ ਪਿਆ। ਇਸ ਨਕਸ਼ੇ ਨੂੰ ਜੇਕਰ ਤੁਸੀਂ ਧਿਆਨ ਨਾਲ ਦੇਖੋ ਬੱਚਿਓ, ਤਾਂ ਤੁਸੀਂ ਦੇਖੋਗੇ ਕਿ ਵੱਖ-ਵੱਖ ਯੂਰਪੀਅਨ ਸ਼ਕਤੀਆਂ ਨੇ ਭਾਰਤ ਵਿੱਚ ਆਪਣੇ ਅੱਡੇ ਜਮਾ ਲਏ ਸਨ। ਇਹ ਅੱਡੇ ਮੁੱਖ ਤੌਰ 'ਤੇ ਸਮੁੰਦਰ ਦੇ ਕਿਨਾਰੇ ਵਸੇ ਸ਼ਹਿਰਾਂ ਦੇ ਵਿੱਚ ਹੀ ਬਣਾਏ ਗਏ ਸਨ, ਕਿਉਂਕਿ ਯੂਰਪੀਅਨ ਸ਼ਕਤੀਆਂ ਭਾਰਤ ਵਿੱਚ ਸਮੁੰਦਰੀ ਰਸਤੇ ਰਾਹੀਂ ਹੀ ਆਈਆਂ ਸੀ। ਵਾਸਕੋ ਡੀ ਗਾਮਾ ਪਹਿਲਾ ਵਿਅਕਤੀ ਸੀ ਜੋ ਕਿ ਪੁਰਤਗਾਲ ਦਾ ਰਹਿਣ ਵਾਲਾ ਸੀ, ਸਮੁੰਦਰੀ ਰਸਤੇ ਰਾਹੀਂ ਭਾਰਤ ਪਹੁੰਚਿਆ। ਇਸ ਸਮੇਂ ਦੌਰਾਨ ਭਾਰਤ ਵਿੱਚ ਅੰਗਰੇਜ਼, ਡੱਚ, ਫਰਾਂਸੀਸੀ ਅਤੇ ਪੁਰਤਗਾਲੀ ਆ ਗਏ। ਅੰਗਰੇਜ਼ਾਂ ਨੇ ਆਪਣੀਆਂ ਬਸਤੀਆਂ ਸੂਰਤ, ਬੰਬਈ, ਮਦਰਾਸ ਅਤੇ ਕਲਕੱਤਾ ਵਿੱਚ ਸਥਾਪਿਤ ਕੀਤੀਆਂ, ਜਦਕਿ ਡੱਚ ਪੁਲੀਕਟ ਵਿਖੇ ਉਹਨਾਂ ਨੇ ਆਪਣੀਆਂ ਬਸਤੀਆਂ ਬਣਾਈਆਂ। ਫਰਾਂਸੀਸੀ ਪਾਂਡੇਚੇਰੀ ਅਤੇ ਚੰਦਰਨਗਰ ਵਿਖੇ ਆਪਣੀਆਂ ਬਸਤੀਆਂ ਬਣਾਈਆਂ, ਅਤੇ ਪੁਰਤਗਾਲੀ ਜੋ ਸਭ ਤੋਂ ਪਹਿਲਾਂ ਆਏ ਸੀ ਅਤੇ ਭਾਰਤ ਵਿੱਚੋਂ ਜਾਣ ਵਾਲੇ ਵੀ ਸਭ ਤੋਂ ਅਖੀਰਲੇ ਵਿਅਕਤੀ ਸਨ, ਉਹਨਾਂ ਨੇ ਗੋਆ ਅਤੇ ਕਾਲੀਕਟ ਜਾਂ ਕੋਝੀਕੋਡ ਵਿਖੇ ਆਪਣੀਆਂ ਬਸਤੀਆਂ ਜਿਹੜੀਆਂ ਉਹ ਬਣਾਈਆਂ ਸਨ। ਤਾਂ ਇਹ ਸਾਰੀਆਂ ਯੂਰਪੀਅਨ ਸ਼ਕਤੀਆਂ ਜਿਵੇਂ ਜਿਵੇਂ ਭਾਰਤ ਵਿੱਚ ਵਸਦੀਆਂ ਗਈਆਂ ਤਾਂ ਉਵੇਂ ਉਵੇਂ ਇਹਨਾਂ ਦੇ ਅੰਦਰ ਭਾਰਤ ਦੇ ਪ੍ਰਬੰਧ ਨੂੰ ਦੇਖ ਕੇ ਭਾਰਤ ਉੱਪਰ ਰਾਜ ਕਰਨ ਦੀ ਇੱਛਾ ਜਿਹੜੀ ਉਹ ਵੱਧਦੀ ਗਈ। ਇਸ ਕਰਕੇ ਇਹਨਾਂ ਸ਼ਕਤੀਆਂ ਦਾ ਆਪਸੀ ਸੰਘਰਸ਼ ਹੋਣਾ ਲਾਜ਼ਮੀ ਸੀ। ਉਸ ਆਪਸੀ ਸੰਘਰਸ਼ ਦੇ ਵਿੱਚੋਂ ਅੰਤ ਵਿੱਚ ਅੰਗਰੇਜ਼ ਆ ਜਿਹੜੇ ਉਹ ਜੇਤੂ ਹੋ ਕੇ ਨਿਕਲੇ ਅਤੇ ਉਹਨਾਂ ਨੇ ਬੰਗਾਲ, ਬਿਹਾਰ ਅਤੇ ਉੜੀਸਾ ਦੇ ਦੀਵਾਨੀ ਅਧਿਕਾਰ ਆ ਜਿਹੜੇ ਉਹ ਪ੍ਰਾਪਤ ਕਰ ਲਏ। ਦੀਵਾਨੀ ਅਧਿਕਾਰ ਤੋਂ ਭਾਵ ਕਿ ਹੁਣ ਇਹਨਾਂ ਪ੍ਰਦੇਸ਼ਾਂ ਦੀ ਅਰਥ ਵਿਵਸਥਾ ਜਿਹੜੀ ਉਹਦਾ ਪ੍ਰਬੰਧ ਅੰਗਰੇਜ਼ਾਂ ਦੁਆਰਾ ਕੀਤਾ ਜਾਣਾ ਸੀ, ਜਿਸ ਵਿੱਚ ਭੂਮੀ ਕਰ ਵੀ ਸ਼ਾਮਲ ਸੀ। ਭੂਮੀ ਕਰ ਕੀ ਸੀ? ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਕਿਸਾਨ ਆਪਣੀ ਉਪਜ ਦਾ ਕੁਝ ਹਿੱਸਾ ਨਕਦੀ ਰੂਪ ਵਿੱਚ ਜਾਂ ਫਸਲੀ ਰੂਪ ਵਿੱਚ ਉੱਥੋਂ ਦੇ ਸ਼ਾਸਕ ਜਾਂ ਰਾਜੇ ਨੂੰ ਦਿੰਦੇ ਸਨ ਅਤੇ ਬਦਲੇ ਵਿੱਚ ਉਹ ਸ਼ਾਸਕ ਜਾਂ ਰਾਜਾ ਉਹਨਾਂ ਕਿਸਾਨਾਂ ਦੀ ਭਲਾਈ ਲਈ ਵੱਖ-ਵੱਖ ਜਿਹੜੇ ਕੰਮ ਆ ਉਹ ਕਰਦਾ ਸੀ। ਬੱਚੋ, ਇੱਕ ਗੱਲ ਯਾਦ ਰੱਖਣਾ ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਭੂਮੀ ਕਰ ਜਿਹੜਾ ਉਹ ਦੋਨੇ ਤਰੀਕੇ ਨਾਲ ਦਿੱਤਾ ਜਾ ਸਕਦਾ ਸੀ, ਫਸਲੀ ਰੂਪ ਵਿੱਚ ਵੀ ਅਤੇ ਨਕਦੀ ਵੀ। ਦੋਨੇ ਤਰੀਕੇ ਪ੍ਰਚਲਿਤ ਸਨ ਅਤੇ ਕਿਸਾਨ ਆ ਜਿਹੜੇ ਉਸ ਸਮੇਂ ਆਪਣੀ ਭੂਮੀ ਦੇ ਜਿਹੜੇ ਖੁਦ ਮਾਲਕ ਹੁੰਦੇ ਸਨ। ਪਰ ਜਿਵੇਂ ਹੀ ਅੰਗਰੇਜ਼ਾਂ ਨੇ ਬੰਗਾਲ, ਬਿਹਾਰ ਅਤੇ ਉੜੀਸਾ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ 'ਤੇ ਆਪਣਾ ਕਬਜ਼ਾ ਕਰ ਲਿਆ, ਤਾਂ ਉਹਨਾਂ ਨੇ ਇਸ ਭੂਮੀ ਪ੍ਰਬੰਧ ਵਿੱਚ ਬਦਲਾਅ ਲੈ ਕੇ ਆਂਦੇ। ਉਹਨਾਂ ਨੇ ਕਾਫੀ ਸਾਰੇ ਬੰਦੋਬਸਤ ਜਾਂ ਪ੍ਰਣਾਲੀਆਂ ਚਲਾਈਆਂ, ਜਿਨ੍ਹਾਂ ਦੇ ਅਧੀਨ ਉਹ ਕਿਸਾਨਾਂ ਤੋਂ ਭੂਮੀ ਕਰ ਇਕੱਠਾ ਕਰਦੇ ਸਨ। ਉਹਨਾਂ ਬਾਰੇ ਇੱਕ ਛੋਟੀ ਜਿਹੀ ਆਪਾਂ ਝਾਤ ਮਾਰਾਂਗੇ। ਸਭ ਤੋਂ ਪਹਿਲਾਂ ਜਿਵੇਂ ਠੇਕੇਦਾਰੀ ਸਿਸਟਮ ਲਾਰਡ ਵਾਰਨ ਹੇਸਟਿੰਗਜ਼ ਨੇ ਬੰਗਾਲ ਦੇ ਵਿੱਚ ਸ਼ੁਰੂ ਕੀਤਾ ਸੀ, ਜਿਸ ਵਿੱਚ ਸਭ ਤੋਂ ਵੱਧ ਬੋਲੀ ਦੇਣ ਵਾਲੇ ਠੇਕੇਦਾਰ ਨੂੰ ਕਿਸੇ ਖੇਤਰ ਦੇ ਵਿੱਚੋਂ ਕਰ ਇਕੱਠਾ ਕਰਨ ਦਾ ਅਧਿਕਾਰ ਦੇ ਦਿੱਤਾ ਜਾਂਦਾ ਸੀ ਅਤੇ ਜਿੰਨੇ ਦੀ ਉਸਨੇ ਬੋਲੀ ਦਿੱਤੀ ਹੁੰਦੀ ਸੀ ਉਸਨੇ ਉਨੇ ਦਾ ਕਰ ਆ ਜਿਹੜਾ ਉਹ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੰਦਾ ਸੀ। ਫਿਰ ਸਥਾਈ ਬੰਦੋਬਸਤ,
ਠੇਕੇਦਾਰੀ ਸਿਸਟਮ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਸਨ। ਉਹਨਾਂ ਨੂੰ ਦੂਰ ਕਰਨ ਦੇ ਲਈ ਲਾਰਡ ਕਾਰਨਵਾਲਿਸ ਨੇ 1793 ਈਸਵੀ ਵਿੱਚ ਬੰਗਾਲ, ਬਿਹਾਰ, ਉੜੀਸਾ, ਬਨਾਰਸ ਅਤੇ ਬਾਅਦ ਵਿੱਚ ਉੱਤਰੀ ਭਾਰਤ ਵਿੱਚ ਸਥਾਈ ਬੰਦੋਬਸਤ ਲਾਗੂ ਕਰ ਦਿੱਤਾ। ਸਥਾਈ ਬੰਦੋਬਸਤ ਲਾਗੂ ਕਰਨ ਤੋਂ ਬਾਅਦ ਜ਼ਮੀਂਦਾਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ ਅਤੇ ਉਹਨਾਂ ਤੋਂ ਸਰਕਾਰ ਜਿਹੜਾ ਉਹ ਕਰ ਵਸੂਲਣ ਲੱਗੀ। ਜ਼ਮੀਂਦਾਰ ਅੱਗੇ ਕਿਸਾਨਾਂ ਤੋਂ ਕਰ ਵਸੂਲਦੇ ਸਨ। ਇਸ ਪ੍ਰਬੰਧ ਕਾਰਨ ਵੀ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਉਹ ਕਿਸਾਨਾਂ ਨੂੰ ਉਠਾਉਣੀਆਂ ਪਈਆਂ। ਕਿਸਾਨਾਂ ਦੀ ਹਾਲਤ ਆ ਜਿਹੜੀ ਉਹ ਬਹੁਤ ਬੁਰੀ ਹੋ ਗਈ। ਉਸ ਤੋਂ ਬਾਅਦ ਸਰ ਥਾਮਸ ਮੁਨਰੋ ਨੇ 1820 ਈਸਵੀ ਦੇ ਵਿੱਚ ਮਦਰਾਸ ਅਤੇ ਬੰਬਈ ਪ੍ਰੈਜ਼ੀਡੈਂਸੀ ਦੇ ਵਿੱਚ ਰਾਇਤਵਾੜੀ ਬੰਦੋਬਸਤ ਸ਼ੁਰੂ ਕਰ ਦਿੱਤਾ। ਰਾਇਤ ਦਾ ਮਤਲਬ ਹੁੰਦਾ ਹੈ ਕਿਸਾਨ, ਭਾਵ ਕਿ ਉਹਨਾਂ ਨੇ ਸਿੱਧੇ ਕਿਸਾਨਾਂ ਤੋਂ ਹੀ ਕਰ ਲੈਣਾ ਸ਼ੁਰੂ ਕਰ ਦਿੱਤਾ। ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ ਅਤੇ ਉਹਨਾਂ ਤੋਂ ਹੀ ਸਿੱਧਾ ਕਾਰਾ ਜਿਹੜਾ ਉਹ ਲੈਣਾ ਸ਼ੁਰੂ ਕਰ ਦਿੱਤਾ। ਪਰੰਤੂ ਇੱਥੇ ਵੀ ਬਹੁਤ ਸਾਰੀਆਂ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਜਿਹੜੀਆਂ ਟੈਕਸ ਦਰਾਂ ਸਨ, ਕਰ ਦੀਆਂ ਦਰਾਂ ਸਨ, ਉਹ ਬਹੁਤ ਉੱਚੀਆਂ ਸਨ। ਇਸ ਕਾਰਨ ਕਿਸਾਨ ਆ ਜਿਹੜੇ ਉਹ ਉਹਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ। ਇਸ ਤੋਂ ਬਾਅਦ ਸਰ ਲਾਰਡ ਵਿਲੀਅਮ ਬੈਂਟਿੰਗ ਨੇ 1833 ਈਸਵੀ ਦੇ ਵਿੱਚ ਉੱਤਰ ਪ੍ਰਦੇਸ਼, ਪੰਜਾਬ, ਉੱਤਰ ਪੱਛਮੀ ਭਾਰਤ ਅਤੇ ਮੱਧ ਭਾਰਤ ਦੇ ਭਾਗਾਂ ਦੇ ਵਿੱਚ ਮਹਿਲਵਾੜੀ ਬੰਦੋਬਸਤ ਸ਼ੁਰੂ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਇਹ ਬੰਦੋਬਸਤ ਉਸ ਸਮੇਂ ਦੇ ਬਾਕੀ ਸਾਰੇ ਬੰਦੋਬਸਤਾਂ ਨਾਲੋਂ ਵਧੀਆ ਸੀ। ਇਸ ਬੰਦੋਬਸਤ ਵਿੱਚ ਸਥਾਈ ਬੰਦੋਬਸਤ ਅਤੇ ਰਾਇਤਵਾੜੀ ਬੰਦੋਬਸਤ ਦੋਨਾਂ ਦੇ ਗੁਣ ਸਨ। ਇਸ ਦੇ ਅਧੀਨ ਇੱਕ ਪਿੰਡ ਜਾਂ ਪੂਰਾ ਸਮੁਦਾਇ ਸਰਕਾਰ ਨੂੰ ਕਰ ਦੇਣ ਦੇ ਲਈ ਜ਼ਿੰਮੇਵਾਰ ਹੁੰਦਾ ਸੀ ਸਮੂਹਿਕ ਰੂਪ ਦੇ ਵਿੱਚ, ਅਤੇ ਉਹ ਜਿਹੜਾ ਕਰ ਆ ਉਹ ਨੰਬਰਦਾਰ ਇਕੱਠਾ ਕਰਕੇ ਅੱਗੇ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾ ਦਿੰਦੇ ਸਨ। ਇਸ ਵਿੱਚ ਕਿਸਾਨ ਸਮੂਹਿਕ ਰੂਪ ਵਿੱਚ ਵੀ ਜ਼ਿੰਮੇਵਾਰ ਹੁੰਦਾ ਸੀ ਅਤੇ ਵਿਅਕਤੀਗਤ ਤੌਰ 'ਤੇ ਵੀ ਕਰ ਦੇਣ ਲਈ ਜ਼ਿੰਮੇਵਾਰ ਹੁੰਦਾ ਸੀ। ਭਾਵ ਕਿ ਮੰਨ ਲਓ ਕਿ 50 ਕਿਸਾਨ ਆ ਜਿਹੜੇ ਉਹ ਇਕੱਠਾ ਕਰ ਦਿੰਦੇ ਹਨ। ਜੇਕਰ ਉਹਨਾਂ ਦੇ ਵਿੱਚੋਂ ਕਿਸੇ ਵਜ੍ਹਾ ਨਾਲ ਕਿਸੇ ਕਿਸਾਨ ਦੀ 50 ਕਿਸਾਨ ਜੇਕਰ 1 ਲੱਖ ਕਰ ਦੇ ਰੂਪ ਵਿੱਚ ਜਮ੍ਹਾਂ ਕਰਾਉਂਦੇ ਸਨ, ਤਾਂ ਕਿਸੇ ਵਜ੍ਹਾ ਨਾਲ ਉਸ ਕਿਸਾਨ ਦੀ ਕਿਸੇ ਫਸਲ ਆ ਜਿਹੜੇ ਆ ਉਹ ਨਹੀਂ ਹੋ ਸਕੀ, ਤਾਂ ਇਸ ਕਰਕੇ ਉਹਨਾਂ ਦੀ ਗਿਣਤੀ 49 ਰਹਿ ਗਈ। ਪਰੰਤੂ ਉਹਨਾਂ ਨੂੰ ਟੈਕਸ ਆ ਜਿਹੜਾ ਉਹ 1 ਲੱਖ ਹੀ ਜਮ੍ਹਾਂ ਕਰਵਾਉਣਾ ਪਵੇਗਾ, ਅਤੇ ਉਹ ਜਿਹੜਾ ਕਿਸਾਨ ਹੈਗਾ ਜਿਸ ਦੀ ਕਰ ਨਹੀਂ ਅਦਾ ਕਰ ਪਾਉਂਦਾ, ਉਸ ਦਾ ਕਰ ਬਾਕੀ ਸਾਰਿਆਂ ਵਿੱਚ ਵੰਡਿਆ ਗਿਆ। ਇਸ ਨਾਲ ਵੀ ਕਿਸਾਨਾਂ ਦੇ ਹਾਲਾਤ ਬਹੁਤੇ ਨਹੀਂ ਸੁਧਰੇ, ਕਿਉਂਕਿ ਅੰਗਰੇਜ਼ਾਂ ਦਾ ਅਸਲ ਮਕਸਦ ਭਾਰਤ ਦੇ ਵਿੱਚੋਂ ਵੱਧ ਤੋਂ ਵੱਧ ਧਨ ਇਕੱਠਾ ਕਰਨਾ ਸੀ, ਨਾ ਕਿ ਉਹ ਕਿਸਾਨਾਂ ਦੀ ਹਾਲਤ ਨੂੰ ਸੁਧਾਰਨਾ ਚਾਹੁੰਦੇ ਸਨ। ਔਰ ਸਭ ਤੋਂ ਵੱਡੀ ਜਿਹੜੀ ਸੱਟ ਉਹ ਕਿਸਾਨਾਂ ਨੂੰ ਇਹ ਵੱਜੀ ਕਿ ਪਹਿਲਾਂ ਜਿਹੜਾ ਕਰ ਉਹ ਫਸਲੀ ਜਾਂ ਨਗਦੀ ਰੂਪ ਕਿਸੇ ਤਰੀਕੇ ਨਾਲ ਵੀ ਆਪਣੇ ਸ਼ਾਸਕ ਨੂੰ ਦਿੰਦੇ ਸਨ, ਉਹ ਹੁਣ ਉਹਨਾਂ ਨੂੰ ਨਗਦੀ ਰੂਪ ਵਿੱਚ ਹੀ ਦੇਣਾ ਪੈ ਰਿਹਾ ਸੀ। ਇਸ ਬਾਰੇ ਅਸੀਂ ਅੱਗੇ ਚੱਲ ਕੇ ਪੜ੍ਹਾਂਗੇ। ਤਾਂ ਪਿਆਰੇ ਬੱਚਿਓ, ਤੁਸੀਂ ਦੇਖਿਆ ਕਿ ਵੱਖ-ਵੱਖ ਯੂਰਪੀਅਨ ਸ਼ਕਤੀਆਂ ਭਾਰਤ ਵਿੱਚ ਆਈਆਂ। ਉਹਨਾਂ ਯੂਰਪੀਅਨ ਸ਼ਕਤੀਆਂ ਦੇ ਵਿੱਚ ਆਪਸ ਵਿੱਚ ਲੜਾਈਆਂ ਹੋਈਆਂ। ਲੜਾਈਆਂ ਤੋਂ ਬਾਅਦ ਅੰਗਰੇਜ਼ ਜੇਤੂ ਹੋ ਕੇ ਨਿਕਲੇ ਅਤੇ ਉਹਨਾਂ ਨੇ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਪ੍ਰਾਪਤ ਕਰ ਲਈ। ਦੀਵਾਨੀ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਨੇ ਕਰ ਇਕੱਠਾ ਕਰਨ ਲਈ ਕਾਫੀ ਸਾਰੇ ਬੰਦੋਬਸਤ ਚਲਾਏ, ਜਿਨ੍ਹਾਂ ਦੇ ਵਿੱਚ ਠੇਕੇਦਾਰੀ ਸਿਸਟਮ, ਸਥਾਈ ਬੰਦੋਬਸਤ, ਰਾਇਤਵਾੜੀ ਬੰਦੋਬਸਤ ਅਤੇ ਮਹਿਲਵਾੜੀ ਬੰਦੋਬਸਤ ਪ੍ਰਸਿੱਧ ਹਨ। ਹੁਣ ਅਸੀਂ ਅੱਗੇ ਦੇਖਾਂਗੇ ਕਿ ਇਹਨਾਂ ਬੰਦੋਬਸਤਾਂ ਦੇ ਨਾਲ ਕਿਸਾਨਾਂ ਦੇ ਵਿੱਚ ਇੱਕ ਵਿਦਰੋਹ ਦੀ ਭਾਵਨਾ, ਅੰਗਰੇਜ਼ਾਂ ਪ੍ਰਤੀ ਗੁੱਸੇ ਦੀ ਭਾਵਨਾ ਜਿਹੜੀ ਉਹ ਪੈਦਾ ਹੋ ਗਈ। ਤਾਂ ਇਹਨਾਂ ਬੰਦੋਬਸਤਾਂ ਕਾਰਨ ਕਿਸਾਨਾਂ 'ਤੇ ਬਹੁਤ ਸਾਰੇ ਪ੍ਰਭਾਵ ਪਏ। ਜਿਵੇਂ ਕਿਸਾਨਾਂ 'ਤੇ ਕਰ ਦੀ ਉਗਰਾਹੀ ਲਈ ਬਹੁਤ ਸਾਰੇ ਜ਼ੁਲਮ ਕੀਤੇ ਜਾਂਦੇ ਸਨ। ਜ਼ਮੀਂਦਾਰ ਕਿਸਾਨਾਂ ਦੀ ਆਰਥਿਕ ਲੁੱਟ ਖਸੁੱਟ ਕਰਦੇ ਸਨ। ਕਈ ਵਾਰ ਤਾਂ ਕਿਸਾਨਾਂ ਕੋਲ ਖਾਣ ਦੇ ਲਈ ਆਪਣੇ ਕੋਲ ਦਾਣੇ ਵੀ ਨਹੀਂ ਬਚਦੇ ਸਨ। ਭੂਮੀ ਕਰ ਦੀ ਦਰ ਬਹੁਤ ਉੱਚੀ ਹੋ ਗਈ ਸੀ। ਕਈ ਵਾਰ ਤਾਂ ਪੂਰੀ ਦੀ ਪੂਰੀ ਫਸਲ ਹੀ
ਭੂਮੀ ਕਰ ਦੇ ਤੌਰ 'ਤੇ ਚਲੀ ਜਾਂਦੀ ਸੀ। ਭੂਮੀ ਕਰ ਲਗਾਨ ਦੇਣ ਦੇ ਲਈ ਕਿਸਾਨ ਜ਼ਮੀਂਦਾਰਾਂ ਅਤੇ ਸ਼ਾਹੂਕਾਰਾਂ ਦੇ ਕਰਜ਼ੇ ਦੇ ਥੱਲੇ ਦਬ ਕੇ ਰਹਿ ਗਏ। ਇਸ ਨਾਲ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਕੰਪਨੀ ਨੂੰ ਇਹਨਾਂ ਵਿਵਸਥਾਵਾਂ ਕਾਰਨ ਕੋਈ ਖਾਸ ਆਰਥਿਕ ਲਾਭ ਨਹੀਂ ਪ੍ਰਾਪਤ ਹੋਇਆ, ਜਦ ਕਿ ਜ਼ਮੀਂਦਾਰਾਂ ਦੀ ਆਮਦਨ ਵਿੱਚ ਲਗਾਤਾਰ ਵਾਧਾ ਹੁੰਦਾ ਗਿਆ। ਸੋਕਾ, ਹੜ੍ਹ, ਅਕਾਲ ਦੀ ਸੂਰਤ ਵਿੱਚ ਕਿਸਾਨਾਂ ਨੂੰ ਕੋਈ ਆਰਥਿਕ ਮਦਦ ਨਹੀਂ ਮਿਲਦੀ ਸੀ। ਭੂਮੀ ਕਰ ਤੋਂ ਵੀ ਛੋਟ ਨਹੀਂ ਮਿਲਦੀ ਸੀ, ਕਿਉਂਕਿ ਕਿਸਾਨ ਸਿੱਧੇ ਤੌਰ 'ਤੇ ਸਰਕਾਰ ਨਾਲ ਨਹੀਂ ਜੁੜੇ ਹੁੰਦੇ ਸਨ। ਭੂਮੀ ਕਰ ਨਕਦੀ ਰੂਪ ਵਿੱਚ ਜਮ੍ਹਾਂ ਕਰਾਉਣਾ ਵੀ ਕਿਸਾਨਾਂ ਲਈ ਸਿਰਦਰਦੀ ਬਣ ਗਿਆ। ਲੰਬੇ ਸਮੇਂ ਤੱਕ ਭੂਮੀ ਦੀ ਗੁਣਵੱਤਾ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਨਤੀਜੇ ਵੱਲੋਂ ਹੌਲੀ ਹੌਲੀ ਉਤਪਾਦਨ ਵਿੱਚ ਕਮੀ ਆਉਂਦੀ ਗਈ। ਸਰਕਾਰ ਦਾ ਕਿਸਾਨਾਂ ਨਾਲ ਕੋਈ ਸਿੱਧਾ ਰਾਬਤਾ ਨਹੀਂ ਸੀ। ਇਸ ਕਾਰਨ ਉਹ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਸਮਝ ਨਹੀਂ ਸਕਦੇ ਸਨ। ਵਧੇਰੇ ਪੈਸਾ ਆਉਣ ਕਾਰਨ ਜ਼ਮੀਂਦਾਰ ਭੋਗ ਵਿਲਾਸਤਾ ਦੇ ਵਿੱਚ ਡੁੱਬ ਗਏ ਅਤੇ ਸ਼ਹਿਰਾਂ ਦੇ ਵਿੱਚ ਆਪਣਾ ਜੀਵਨ ਆ ਜਿਹੜਾ ਉਹ ਬਸਰ ਕਰਨ ਲੱਗ ਪਏ। ਬੱਚਿਓ, ਹੁਣ ਤੱਕ ਆਪਾਂ ਜੋ ਪੜ੍ਹਿਆ ਹੈ ਉਸ ਦੇ ਵਿੱਚ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਅੰਗਰੇਜ਼ ਭਾਰਤ ਵਿੱਚ ਇੱਕ ਸ਼ਕਤੀ ਦੇ ਰੂਪ ਵਿੱਚ ਉੱਭਰੇ, ਬੰਗਾਲ, ਬਿਹਾਰ, ਉੜੀਸਾ ਵਿੱਚ ਦੀਵਾਨੀ ਪ੍ਰਾਪਤ ਕੀਤੀ ਅਤੇ ਉਸ ਤੋਂ ਬਾਅਦ ਸਥਾਈ ਬੰਦੋਬਸਤ, ਰਾਇਤਵਾੜੀ ਬੰਦੋਬਸਤ ਅਤੇ ਮਹਿਲਵਾੜੀ ਬੰਦੋਬਸਤ ਦੇ ਰੂਪ ਵਿੱਚ ਉਹਨਾਂ ਨੇ ਭੂਮੀ ਕਰ ਪ੍ਰਣਾਲੀਆਂ ਜਿਹੜੀਆਂ ਉਹ ਸ਼ੁਰੂ ਕੀਤੀਆਂ। ਉਹਨਾਂ ਪ੍ਰਣਾਲੀਆਂ ਕਾਰਨ ਕਿਸਾਨਾਂ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੋ ਗਈ ਅਤੇ ਕਿਸਾਨਾਂ ਦੇ ਵਿੱਚ ਅਸੰਤੋਸ਼ ਦੀ ਭਾਵਨਾ ਜਿਹੜੀ ਉਹ ਫੈਲਣ ਲੱਗੀ। ਜੋ ਕੁਝ ਆਪਾਂ ਹੁਣ ਤੱਕ ਪੜ੍ਹਿਆ ਹੈ ਉਸ ਦੀ ਇੱਕ ਛੋਟੀ ਜਿਹੀ ਦੁਹਰਾਈ ਆਪਾਂ ਕਰ ਲਈਏ। ਸਭ ਤੋਂ ਪਹਿਲਾਂ ਕਿ ਸਥਾਈ ਬੰਦੋਬਸਤ ਕਿਸ ਦੁਆਰਾ ਸ਼ੁਰੂ ਕੀਤਾ ਗਿਆ। ਤਾਂ ਪਿਆਰੇ ਬੱਚਿਓ, ਸਥਾਈ ਬੰਦੋਬਸਤ ਲਾਰਡ ਕਾਰਨਵਾਲਿਸ ਦੁਆਰਾ ਸ਼ੁਰੂ ਕੀਤਾ ਗਿਆ ਸੀ। ਤਾਂ ਇਹਦਾ ਸਹੀ ਜਵਾਬ ਹੈ ਲਾਰਡ ਕਾਰਨਵਾਲਿਸ। ਅੰਗਰੇਜ਼ਾਂ ਨੇ ਕਿਹੜਾ ਭੂਮੀ ਕਰ ਬੰਦੋਬਸਤ ਸ਼ੁਰੂ ਕੀਤਾ? ਸਥਾਈ ਬੰਦੋਬਸਤ, ਰਾਇਤਵਾੜੀ ਬੰਦੋਬਸਤ, ਮਹਿਲਵਾੜੀ ਬੰਦੋਬਸਤ। ਇਹ ਤਿੰਨੇ ਬੰਦੋਬਸਤ ਅੰਗਰੇਜ਼ਾਂ ਨੇ ਸ਼ੁਰੂ ਕੀਤੇ ਸਨ। ਤਾਂ ਇਸ ਦਾ ਸਹੀ ਆਪਸ਼ਨ ਹੈਗਾ ਨੰਬਰ 4, ਇਹ ਸਾਰੇ। ਅੱਗੇ ਸਹੀ ਜਾਂ ਗਲਤ? ਠੇਕੇਦਾਰੀ ਸਿਸਟਮ ਬੰਗਾਲ ਦੇ ਵਿੱਚ ਸ਼ੁਰੂ ਕੀਤਾ ਗਿਆ। ਬਿਲਕੁਲ ਸਹੀ, ਠੇਕੇਦਾਰੀ ਸਿਸਟਮ ਬੰਗਾਲ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ। ਦੂਸਰਾ ਹੈ ਅੰਗਰੇਜ਼ਾਂ ਨੇ ਭੂਮੀ ਲਗਾਨ ਪ੍ਰਬੰਧ ਕੇਵਲ ਕੰਪਨੀ ਦੀ ਆਮਦਨ ਵਧਾਉਣ ਲਈ ਹੀ ਕੀਤੇ ਗਏ ਸਨ। ਬਿਲਕੁਲ ਸਹੀ ਆ ਕਿ ਜਿੰਨੇ ਵੀ ਪ੍ਰਬੰਧ ਕੀਤੇ ਗਏ ਸੀ ਅੰਗਰੇਜ਼ਾਂ ਦੁਆਰਾ ਉਹ ਸਿਰਫ ਅਤੇ ਸਿਰਫ ਅੰਗਰੇਜ਼ਾਂ ਨੇ ਆਪਣੀ ਆਮਦਨ ਵਧਾਉਣ ਲਈ ਹੀ ਕੀਤੇ ਸਨ। ਨੈਕਸਟ ਹੈ ਖਾਲੀ ਸਥਾਨ ਭਰੋ। ਅੰਗਰੇਜ਼ਾਂ ਨੇ ਕੇਵਲ ਡੈਸ਼ ਲਗਾਨ ਹੀ ਸਵੀਕਾਰ ਕਰਨਾ ਸ਼ੁਰੂ ਕੀਤਾ। ਅੰਗਰੇਜ਼ਾਂ ਨੇ ਕਿਹੜਾ ਸ਼ੁਰੂ ਕੀਤਾ ਸੀਗਾ? ਨਕਦੀ ਰੂਪ ਵਿੱਚ ਨਕਦੀ ਲਗਾਨ ਹੀ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ। ਲਗਾਨ ਅਦਾ ਕਰਨ ਲਈ ਕਿਸਾਨ ਜ਼ਿਆਦਾ ਜ਼ਮੀਨ 'ਤੇ ਹੁਣ ਕਿਹੜੀਆਂ ਫਸਲਾਂ ਲਗਾਉਣ ਲੱਗ ਗਿਆ? ਨਕਦੀ ਫਸਲਾਂ, ਭਾਵ ਕਿ ਜਿਨ੍ਹਾਂ ਨੂੰ ਵੇਚ ਕੇ ਉਹ ਪੈਸੇ ਪ੍ਰਾਪਤ ਕਰ ਸਕਦਾ ਸੀ। ਜਿਵੇਂ ਕਿ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਅੰਗਰੇਜ਼ਾਂ ਅਤੇ ਕਿਸਾਨਾਂ ਦੀ ਹਾਲਤ ਆ ਜਿਹੜਾ ਉਹ ਬਿਲਕੁਲ ਦਿਖਾਈ ਦੇ ਰਹੀ ਹੋਵੇਗੀ ਕਿ ਕਿਸਾਨ ਕਿਸ ਤਰ੍ਹਾਂ ਬਿਮਾਰੀ ਦੀ ਹਾਲਤ ਵਿੱਚ ਵੀ ਕੰਮ ਖੇਤਾਂ ਵਿੱਚ ਕਰਦੇ ਸਨ, ਬਹੁਤ ਮਿਹਨਤ ਕਰਦੇ ਸਨ, ਪਰੰਤੂ ਜਿਹੜੇ ਅੰਗਰੇਜ਼ ਸਨ ਉਹ ਉਹਨਾਂ ਦੀ ਮਿਹਨਤ ਦਾ ਜ਼ਿਆਦਾ ਹਿੱਸਾ ਉਹ ਲੈ ਜਾਂਦੇ ਸਨ। ਕਿਸਾਨ ਆ ਜਿਹੜੇ ਉਹ ਸਿਰਫ ਮਿਹਨਤ ਕਰਦੇ ਰਹਿ ਜਾਂਦੇ ਸੀ ਅਤੇ ਅੰਗਰੇਜ਼ ਆ ਜਿਹੜੇ ਉਹਨਾਂ ਦੀ ਆਮਦਨ ਦਾ ਜ਼ਿਆਦਾ ਹਿੱਸਾ ਜਿਹੜੇ ਉਹ ਲੈ ਜਾਂਦੇ ਸਨ। ਇਸ ਕਾਰਨ ਕਿਸਾਨਾਂ ਦੇ ਵਿੱਚ ਅਸੰਤੋਸ਼ ਦੀ ਭਾਵਨਾ ਜਿਹੜੀ ਉਹ ਫੈਲਣ ਲੱਗੀ। ਇਸ ਅਸੰਤੋਸ਼ ਦੀ ਭਾਵਨਾ ਦੇ ਵੱਖ-ਵੱਖ ਕਾਰਨ ਸਨ ਜਿਨ੍ਹਾਂ ਬਾਰੇ ਅਸੀਂ ਅੱਗੇ ਪੜ੍ਹਦੇ ਹਾਂ। ਕਿਸਾਨ ਵਿਦਰੋਹ ਦੇ ਕਾਰਨ ਕੀ ਕਾਰਨ ਸਨ? ਪਹਿਲਾ ਹੈਗਾ ਅੰਗਰੇਜ਼ਾਂ ਦੁਆਰਾ ਲਾਗੂ ਲਗਾਨ ਪ੍ਰਣਾਲੀਆਂ। ਜਿਹੜੀਆਂ ਅੰਗਰੇਜ਼ਾਂ ਨੇ ਲਗਾਨ ਪ੍ਰਣਾਲੀਆਂ ਲਾਗੂ ਕੀਤੀਆਂ ਸਨ ਉਹ ਇਸ ਅਸੰਤੋਸ਼ ਦੀਆਂ ਸਭ ਤੋਂ ਵੱਡਾ ਕਾਰਨ ਸਨ। ਦੂਸਰਾ ਹੈਗਾ ਬਹੁਤ ਜ਼ਿਆਦਾ ਲਗਾਨਦਾਰ ਕਰ ਬਹੁਤ ਜ਼ਿਆਦਾ ਮਾਤਰਾ ਵਿੱਚ ਦੇਣਾ ਪੈਂਦਾ ਸੀ। ਵਿਕਰੀ ਕਾਨੂੰਨ, ਬੰਗਾਲ ਦੇ ਵਿੱਚ ਇੱਕ ਕਾਨੂੰਨ ਲਾਗੂ ਹੋਇਆ ਸੀ ਜਿਸ ਬਾਰੇ ਅੱਗੇ ਅਸੀਂ ਪੜ੍ਹਾਂਗੇ। ਅੰਗਰੇਜ਼ਾਂ ਦੁਆਰਾ ਜ਼ਬਤ ਜ਼ਮੀਨਾਂ, ਅੰਗਰੇਜ਼ਾਂ ਨੇ ਵੱਖ-ਵੱਖ ਜ਼ਮੀਨਾਂ ਜਿਹੜੀਆਂ ਉਹ ਜ਼ਬਤ ਕਰ ਲਈਆਂ ਸਨ। ਕਿਸਾਨਾਂ ਦਾ ਕਰਜ਼ਈ ਹੋਣਾ ਅਤੇ ਕਰ ਮੁਕਤ ਜ਼ਮੀਨਾਂ 'ਤੇ ਕਰ ਲਗਾਉਣਾ। ਕਰ ਮੁਕਤ ਜ਼ਮੀਨਾਂ ਕਿਹੜੀਆਂ ਸਨ? ਇਹਨਾਂ ਬਾਰੇ ਅਸੀਂ ਅੱਗੇ ਡਿਟੇਲ ਦੇ ਵਿੱਚ ਪੜ੍ਹਾਂਗੇ। ਤਾਂ ਇਹਨਾਂ ਕਾਰਨਾਂ ਨੂੰ ਅਸੀਂ ਹੁਣ ਇੱਕ ਇੱਕ ਕਰਕੇ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਹੈਗਾ ਕਿਸਾਨ ਵਿਦਰੋਹ ਦੇ ਕਾਰਨ ਵਿੱਚ ਅੰਗਰੇਜ਼ਾਂ ਦੁਆਰਾ ਲਾਗੂ ਕੀਤੀਆਂ ਲਗਾਨ ਪ੍ਰਣਾਲੀਆਂ। ਤਾਂ ਕਿਹੜੀਆਂ ਲਾਗੂ ਕੀਤੀਆਂ ਸਨ ਬੱਚਿਓ? ਜ਼ਰਾ ਸੋਚ ਕੇ ਦੱਸੋ। ਸਭ ਤੋਂ ਪਹਿਲੇ ਸੀ ਸਥਾਈ ਬੰਦੋਬਸਤ,
ਰਾਇਤਵਾੜੀ ਬੰਦੋਬਸਤ ਅਤੇ ਮਹਿਲਵਾੜੀ ਬੰਦੋਬਸਤ। ਭਾਰਤ ਦੇ ਕਿਹੜੇ-ਕਿਹੜੇ ਹਿੱਸਿਆਂ ਦੇ ਵਿੱਚ ਇਹ ਬੰਦੋਬਸਤ ਚਲਾਏ ਗਏ ਸੀਗੇ, ਇਹ ਤੁਸੀਂ ਆਪਣੇ ਕਾਪੀਆਂ ਦੇ ਵਿੱਚ ਨੋਟ ਕਰਨੇ ਹੈਗੇ ਆ ਕਿ ਇਹ ਕਿਹੜੇ-ਕਿਹੜੇ ਹਿੱਸਿਆਂ ਦੇ ਵਿੱਚ ਇਹ ਬੰਦੋਬਸਤ ਲਾਗੂ ਕੀਤੇ ਗਏ ਸੀ। ਤਾਂ ਇਹਨਾਂ ਬੰਦੋਬਸਤਾਂ ਦਾ ਮੁੱਖ ਮਕਸਦ ਕੀ ਸੀ? ਕੰਪਨੀ ਦੀ ਆਮਦਨ ਵਧਾਉਣਾ। ਜੇ ਕੰਪਨੀ ਦੀ ਆਮਦਨ ਵਧਾਉਣਾ ਸੀ ਤਾਂ ਇਹਦੇ ਨਾਲ ਕੀ ਹੋਵੇਗਾ? ਜੇਕਰ ਮੈਂ ਆਪਣੀ ਆਮਦਨ ਵਧਾਉਣਾ ਚਾਹੁੰਦਾ ਹਾਂ ਤਾਂ ਮੇਰੇ ਹੇਠਾਂ 10-15 ਵਰਕਰ ਕੰਮ ਕਰ ਰਹੇ ਹਨ, ਤਾਂ ਮੈਂ ਕੀ ਕਰਾਂਗਾ ਕਿ ਉਹਨਾਂ ਦੇ ਵੇਜਸ ਘੱਟ ਕਰ ਦੇਵਾਂਗਾ, ਉਹਨਾਂ ਦੀ ਤਨਖਾਹ ਘੱਟ ਕਰ ਦੇਵਾਂਗਾ, ਉਹਨਾਂ ਦੇ ਕੰਮ ਦੇ ਘੰਟੇ ਵਧਾ ਦੇਵਾਂਗਾ। ਇਸ ਤਰ੍ਹਾਂ ਉਹਨਾਂ 'ਤੇ ਇੱਕ ਤਰ੍ਹਾਂ ਨਾਲ ਆਰਥਿਕ ਉਹਨਾਂ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਕਰਾਂਗਾ। ਇਸੇ ਤਰ੍ਹਾਂ ਹੀ ਅੰਗਰੇਜ਼ਾਂ ਨੇ ਕਿਸਾਨਾਂ ਦਾ ਆਰਥਿਕ ਜਿਹੜਾ ਉਹ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਦਾ ਜਿਹੜਾ ਵੱਡਾ ਹਿੱਸਾ ਫਸਲ ਦਾ ਉਹ ਸਿਰਫ ਲਗਾਨ ਚੁਕਾਉਣ ਦੇ ਵਿੱਚ ਹੀ ਲੰਘ ਜਾਂਦਾ ਸੀ। ਦੂਜਾ ਇਸ ਦਾ ਕਾਰਨ ਇਹ ਸੀ ਕਿ ਪਹਿਲਾਂ ਜਿਹੜੇ ਕਿਸਾਨ ਆ ਉਹ ਆਪਣਾ ਜਿਹੜਾ ਲਗਾਨ ਆ ਉਹ ਕਿਹੜੇ ਰੂਪ ਵਿੱਚ ਦਿੰਦੇ ਸੀ? ਫਸਲ ਦੇ ਰੂਪ ਵਿੱਚ, ਫਸਲੀ ਰੂਪ ਦੇ ਵਿੱਚ ਆਪਣਾ ਲਗਾਨ ਅਦਾ ਕਰ ਸਕਦੇ ਸਨ। ਪਰੰਤੂ ਅੰਗਰੇਜ਼ਾਂ ਨੇ ਆਉਣ ਦੇ ਨਾਲ ਕੀ ਹੋਇਆ ਕਿ ਅੰਗਰੇਜ਼ਾਂ ਨੇ ਕੇਵਲ ਨਗਦ ਲਗਾਨ ਹੀ ਲੈਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਜਿਹੜੇ ਕਿਸਾਨ ਆ ਉਹ ਹੌਲੀ ਹੌਲੀ ਵੱਡੇ ਵੱਡੇ ਸ਼ਾਹੂਕਾਰਾਂ ਅਤੇ ਜ਼ਮੀਂਦਾਰਾਂ ਦੇ ਕਰਜ਼ੇ ਦੇ ਥੱਲੇ ਨੱਪੇ ਗਏ। ਦੂਸਰਾ, ਬਹੁਤ ਜ਼ਿਆਦਾ ਲਗਾਨਦਾਰ। ਹੁਣ ਲਗਾਨਦਾਰ ਵੀ ਬਹੁਤ ਜ਼ਿਆਦਾ ਹੋ ਗਈ ਸੀ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਉਪਜ ਦਾ 1/10 ਜਾਂ 1/6, ਬਹੁਤੇ ਵਾਰੀ ਤਾਂ 1/10ਵਾਂ ਭਾਗ ਹੀ ਜਿਹੜਾ ਕਿਸਾਨ ਆ ਆਪਣੀ ਉਪਜ ਦਾ ਉਹ ਲਗਾਨ ਦੇ ਰੂਪ ਵਿੱਚ ਦਿੰਦਾ ਸੀ। ਪਰੰਤੂ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਇਹ ਦਰ ਵੱਧਦੀ 1/2 ਅਤੇ 1/3 ਹਿੱਸੇ ਤੱਕ ਪਹੁੰਚ ਗਈ। ਭਾਵ ਕਿ 100 ਦੇ ਵਿੱਚੋਂ 50 ਜਿਹੜੇ ਪ੍ਰਤੀਸ਼ਤ ਹਿੱਸਾ ਉਹ ਅੰਗਰੇਜ਼ਾਂ ਦੇ ਕੋਲ ਲਗਾਨ ਦੇ ਰੂਪ ਵਿੱਚ ਚਲਾ ਜਾਂਦਾ ਸੀ ਅਤੇ ਬਾਕੀ ਜਿਹੜੀ ਉਪਜ ਬਚਦੀ ਸੀਗੀ ਉਹ ਵੀ ਸ਼ਾਹੂਕਾਰਾਂ ਦੇ ਵਿਆਜ ਅਦਾ ਕਰਨ ਦੇ ਵਿੱਚ ਹੀ ਚਲੀ ਜਾਂਦੀ ਸੀ। ਤਾਂ ਕਿਸਾਨ ਕੋਲ ਆਪਣੇ ਕੋਲ ਕੁਝ ਵੀ ਨਹੀਂ ਬਚਦਾ ਸੀ, ਤਾਂ ਫਿਰ ਉਹ ਆਪਣੇ ਲਈ ਸ਼ਾਹੂਕਾਰਾਂ ਦੇ ਕੋਲ ਜਾਂਦਾ ਸੀ ਅਤੇ ਉੱਥੋਂ ਹੋਰ ਵਿਆਜ ਅਤੇ ਪੈਸੇ ਲੈ ਕੇ ਆਉਂਦਾ ਸੀ। ਤਾਂ ਕਿਸਾਨ ਕੇਵਲ ਇੱਕ ਉਤਪਾਦਕ ਬਣ ਕੇ ਰਹਿ ਗਿਆ ਜਿਸ ਦਾ ਕੰਮ ਸਿਰਫ ਜ਼ਮੀਨ ਦੇ ਵਿੱਚੋਂ ਫਸਲ ਪੈਦਾ ਕਰਨਾ ਸੀ ਅਤੇ ਅੱਗੇ ਉਸਨੂੰ ਫਸਲ ਨੂੰ ਅੰਗਰੇਜ਼ਾਂ ਨੂੰ ਦੇ ਦੇਣਾ ਸੀ। ਤਾਂ ਇਸ ਤੋਂ ਇਲਾਵਾ ਕਿਸਾਨ ਦੂਜਾ ਕਾਰਨ ਕੀ ਬਣਿਆ ਕਿ ਕਿਸਾਨ ਲਗਾਨ ਅਦਾ ਕਰਨ ਲਈ ਵੱਧ ਤੋਂ ਵੱਧ ਨਗਦੀ ਫਸਲਾਂ ਉਗਾਉਣ ਲੱਗ ਗਿਆ। ਨਗਦੀ ਫਸਲਾਂ ਜਿਨ੍ਹਾਂ ਨੂੰ ਵੇਚ ਕੇ ਉਹ ਪੈਸੇ ਕਮਾ ਸਕਦਾ, ਜਿਵੇਂ ਕਪਾਹ, ਕੌਫੀ, ਰਬੜ। ਇਹਨਾਂ ਫਸਲਾਂ ਦੇ ਕਾਰਨ ਉਸ ਦੀਆਂ ਜਿਹੜੀਆਂ ਖਾਦ ਫਸਲਾਂ ਸਨ, ਜਿਵੇਂ ਕਣਕ, ਚਾਵਲ, ਜਿਹੜੀਆਂ ਉਸਨੇ ਆਪ ਖਾਣੀਆਂ ਹੁੰਦੀਆਂ ਸੀ, ਉਹਨਾਂ ਦੇ ਹੇਠਾਂ ਜ਼ਮੀਨ ਆ ਜਿਹੜੀ ਉਹ ਘਟਦੀ ਗਈ ਅਤੇ ਅੰਤ ਵਿੱਚ ਕਿਸਾਨ ਆਪਣੇ ਖਾਣ ਦੇ ਲਈ ਵੀ ਮੁੱਲ ਦਾਣੇ ਲੈਣ ਲੱਗ ਪਿਆ। ਤੀਸਰਾ ਹੈ ਵਿਕਰੀ ਕਾਨੂੰਨ। ਵਿਕਰੀ ਕਾਨੂੰਨ ਬੰਗਾਲ ਦੇ ਵਿੱਚ ਸਥਾਈ ਬੰਦੋਬਸਤ ਦੇ ਨਾਲ ਹੀ ਵਿਕਰੀ ਕਾਨੂੰਨ ਆ ਜਿਹੜਾ ਉਹ ਲਾਗੂ ਕੀਤਾ ਗਿਆ ਸੀਗਾ। ਇਸ ਦੇ ਅਨੁਸਾਰ ਕਿ ਹਰ ਜ਼ਮੀਂਦਾਰ ਨੂੰ 31 ਮਾਰਚ ਤੱਕ ਲਗਾਨ ਦੀ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਉਣੀ ਪੈਂਦੀ ਸੀ। ਚਾਹੇ ਹੜ੍ਹ ਆਵੇ, ਚਾਹੇ ਸੋਕਾ ਆਵੇ, ਚਾਹੇ ਹਨੇਰੀ ਆਵੇ, ਚਾਹੇ ਮੀਂਹ ਜਾਵੇ, 31 ਮਾਰਚ ਤੱਕ ਜ਼ਮੀਂਦਾਰ ਨੇ ਆਪਣੇ ਲਗਾਨ ਦੀ ਜਿਹੜੀ ਕਿਸ਼ਤ ਆ ਉਹ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਉਣੀ ਹੁੰਦੀ ਸਨ। ਅਤੇ ਜਿਹੜਾ ਕਿਸਾਨ ਜਾਂ ਜ਼ਮੀਂਦਾਰ ਇਸ ਤਰ੍ਹਾਂ ਨਹੀਂ ਕਰ ਪਾਉਂਦਾ ਸੀ ਤਾਂ ਉਸ ਦੀ ਜ਼ਮੀਨ ਆ ਜਿਹੜੀ ਉਹ ਹੋਰਨਾਂ ਲੋਕਾਂ ਨੂੰ ਦੇ ਦਿੱਤੀ ਜਾਂਦੀ ਸੀ। ਤਾਂ ਇਸ ਕਾਰਨ ਵੀ ਬਹੁਤ ਸਾਰੇ ਜ਼ਮੀਂਦਾਰਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਖੋਹੀਆਂ ਗਈਆਂ ਅਤੇ ਜ਼ਮੀਂਦਾਰ ਆ ਜਿਹੜੇ ਉਹ ਬੇਜ਼ਮੀਨੇ ਹੋ ਕੇ ਰਹਿ ਗਏ। ਨੈਕਸਟ ਹੈ ਜੀ ਅੰਗਰੇਜ਼ਾਂ ਦੁਆਰਾ ਜ਼ਬਤ ਜ਼ਮੀਨਾਂ। ਹੁਣ ਜਿਹੜਾ ਕਿਸਾਨ ਜਾਂ ਜ਼ਮੀਂਦਾਰ ਲਗਾਨ ਅਦਾ ਨਹੀਂ ਕਰ ਸਕਦਾ ਸਨ, ਅਸਫਲ ਰਹਿੰਦੇ ਸੀ ਲਗਾਨ ਚੁਕਾਉਣ ਦੇ ਵਿੱਚ, ਤਾਂ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਅੰਗਰੇਜ਼ਾਂ ਦੁਆਰਾ ਜ਼ਬਤ ਕਰ ਲਈਆਂ ਜਾਂਦੀਆਂ ਸਨ, ਕਬਜ਼ੇ ਹੇਠ ਕਰ ਲਈਆਂ ਜਾਂਦੇ ਸਨ। ਇਹਦੇ ਨਾਲ ਕੀ ਹੋਇਆ? ਕਬਜ਼ੇ ਹੇਠ ਕਰਨ ਦੇ ਨਾਲ ਕੀ ਹੋਇਆ ਕਿ ਬਹੁਤ ਸਾਰੇ ਜਿਹੜੇ ਕਿਸਾਨ ਆ ਅਤੇ ਜ਼ਮੀਂਦਾਰ ਆ ਉਹ ਭੂਮੀਹੀਨ ਹੋ ਗਏ। ਭਾਵ ਕਿ ਉਹਨਾਂ ਕੋਲ ਕੋਈ ਜ਼ਮੀਨ ਨਹੀਂ ਰਹਿ ਗਈ ਅਤੇ ਇਸ ਤਰ੍ਹਾਂ ਉਹਨਾਂ ਦੇ ਕੋਲ ਆਪਣੇ ਖਾਣ ਦੇ ਲਈ ਵੀ ਅਨਾਜ ਦੀ ਟੋਟ ਹੋਣ ਲੱਗ ਪਈ। ਨੈਕਸਟ ਹੈਗਾ ਜੀ ਕਿਸਾਨਾਂ ਦਾ ਕਰਜ਼ਈ ਹੋਣਾ।
ਵੱਖ-ਵੱਖ ਬੰਦੋਬਸਤਾਂ ਨਾਲ ਕਿਸਾਨਾਂ ਦੀ ਹਾਲਤ ਬਹੁਤ ਮਾੜੀ ਹੋ ਗਈ। ਇਸ ਲਈ ਉਹ ਆਪਣੀ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਸ਼ਾਹੂਕਾਰਾਂ ਅਤੇ ਜ਼ਮੀਂਦਾਰਾਂ ਕੋਲ ਕਰਜ਼ਾ ਲੈਣ ਲਈ ਜਾਣ ਲੱਗੇ। ਜਿਹੜਾ ਕਿਸਾਨ ਇੱਕ ਵਾਰ ਕਰਜ਼ਾ ਚੱਕ ਲੈਂਦਾ ਸੀ, ਫਿਰ ਉਹ ਸਾਰੀ ਉਮਰ ਉਸ ਕਰਜ਼ੇ ਦੇ ਜੰਜਾਲ ਦੇ ਵਿੱਚੋਂ ਨਿਕਲ ਨਹੀਂ ਸਕਦਾ ਸੀ। ਇਸ ਕਾਰਨ ਹਰ ਸਾਲ ਉਸ ਦਾ ਜਿਹੜਾ ਕਰਜ਼ੇ ਦੀ ਪੰਡ ਹੋਰ ਭਾਰੀ ਹੁੰਦੀ ਗਈ। ਅੰਤ ਵਿੱਚ ਕਿਸਾਨ ਆ ਜਿਹੜਾ ਉਹ ਤਰਸਯੋਗ ਹਾਲਤ ਵਿੱਚ ਆ ਗਏ। ਔਰ ਉਸ ਤੋਂ ਵੀ ਹਾਲਤ ਉਹਨਾਂ ਦੀ ਉਸ ਤੋਂ ਜ਼ਿਆਦਾ ਮਾੜੀ ਉਦੋਂ ਹੁੰਦੀ ਸੀ ਜਦੋਂ ਅੰਗਰੇਜ਼ ਕਰ ਉਗਰਾਹੀ ਕਰਨ ਵੇਲੇ ਉਹਨਾਂ ਨਾਲ ਬਹੁਤ ਸਖਤੀ ਕਰਦੇ ਸਨ। ਉਹਨਾਂ ਦੀ ਮਾਰਪੀਟ ਵੀ ਹੁੰਦੀ ਸੀ ਅਤੇ ਜ਼ਬਰਦਸਤੀ ਉਹਨਾਂ ਕੋਲ ਜੋ ਵੀ ਬਚਿਆ ਹੁੰਦਾ ਸੀ ਉਹ ਉਠਾ ਕੇ ਲੈ ਜਾਂਦੇ ਸਨ। ਇੱਕ ਕਿਸਾਨ ਵਿਰੋਧ ਦਾ ਇੱਕ ਹੋਰ ਵੱਡਾ ਕਾਰਨ ਸੀ ਕਰ ਮੁਕਤ ਜ਼ਮੀਨਾਂ 'ਤੇ ਕਰ ਲਗਾਉਣਾ। ਕਰ ਮੁਕਤ ਜ਼ਮੀਨਾਂ ਕਿਹੜੀਆਂ ਸਨ? ਉਸ ਸਮੇਂ ਬਹੁਤ ਸਾਰੇ ਲੋਕਾਂ ਨੂੰ ਭਾਰਤੀ ਰਾਜਿਆਂ ਅਤੇ ਨਵਾਬਾਂ ਦੁਆਰਾ ਕਰ ਮੁਕਤ ਜ਼ਮੀਨਾਂ ਦਿੱਤੀਆਂ ਗਈਆਂ ਸਨ। ਕਰ ਮੁਕਤ ਜ਼ਮੀਨਾਂ ਤੋਂ ਭਾਵ ਕਿ ਇਹਨਾਂ ਜ਼ਮੀਨਾਂ ਦੇ ਉੱਪਰ ਜਿੰਨੀ ਵੀ ਖੇਤੀ ਕੀਤੀ ਜਾਂਦੀ ਸੀ ਉਹਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਵੀ ਕਰ ਆ ਜਿਹੜਾ ਉਹ ਚੁਕਾਉਣਾ ਨਹੀਂ ਪੈਂਦਾ ਸੀ, ਕਿ ਕਰ ਨਹੀਂ ਦੇਣਾ ਪੈਂਦਾ ਸੀ। ਉਹ ਸਾਰੀ ਦੀ ਸਾਰੀ ਫਸਲ ਆ ਜਿਹੜੀ ਉਹ ਜ਼ਮੀਂਦਾਰ ਜਾਂ ਕਿਸਾਨ ਆਪਣੇ ਕੋਲ ਰੱਖ ਸਕਦਾ ਸੀ। ਪਰੰਤੂ ਅੰਗਰੇਜ਼ਾਂ ਨੇ ਆਪਣੀ ਆਮਦਨ ਵਧਾਉਣ ਦੇ ਲਈ ਇਹਨਾਂ ਕਰ ਮੁਕਤ ਜ਼ਮੀਨਾਂ ਦੇ ਉੱਪਰ ਵੀ ਕਰ ਲਗਾ ਦਿੱਤੇ। ਇਸ ਨਾਲ ਅੰਗਰੇਜ਼ਾਂ ਦੀ ਆਮਦਨ ਵਿੱਚ ਤਾਂ ਵਾਧਾ ਹੋ ਗਿਆ, ਪਰੰਤੂ ਕਿਸਾਨਾਂ ਦੀ ਹਾਲਤ ਆ ਜਿਹੜੀ ਉਹ ਬਹੁਤ ਮਾੜੀ ਹੋ ਗਈ। ਤਾਂ ਇਸ ਤਰ੍ਹਾਂ ਬੱਚੋ ਤੁਸੀਂ ਦੇਖਿਆ ਕਿ ਅੰਗਰੇਜ਼ ਆਏ, ਉਹਨਾਂ ਨੇ ਪ੍ਰਬੰਧ ਚਲਾਏ ਆਮਦਨ ਵਧਾਉਣ ਦੇ ਲਈ। ਉਹਨਾਂ ਪ੍ਰਬੰਧਾਂ ਦੇ ਕਾਰਨ ਕਿਸਾਨਾਂ ਦੀ ਹਾਲਤ ਬਹੁਤ ਮਾੜੀ ਹੋ ਗਈ। ਮਾੜੀ ਹੁੰਦੀ ਇਸ ਤਰ੍ਹਾਂ ਇੱਥੋਂ ਤੱਕ ਪਹੁੰਚ ਗਈ ਕਿ ਕਿਸਾਨਾਂ ਕੋਲ ਅੰਗਰੇਜ਼ਾਂ ਦੇ ਖਿਲਾਫ ਹਥਿਆਰ ਚੁੱਕਣ ਤੋਂ ਇਲਾਵਾ ਹੋਰ ਕੋਈ ਵੀ ਰਸਤਾ ਬਾਕੀ ਨਹੀਂ ਰਹਿ ਗਿਆ ਸੀ। ਤਾਂ ਆਪਾਂ ਇਸ ਦੀ ਇੱਕ ਛੋਟੀ ਜਿਹੀ ਦੁਹਰਾਈ ਹੈ ਜਿਹੜੀ ਉਹ ਕਰ ਲੈਂਦੇ ਹਾਂ, ਜਿਹੜਾ ਹੁਣ ਤੱਕ ਜਿੰਨਾ ਕੁ ਅਸੀਂ ਪੜ੍ਹਿਆ ਹੈ। ਸਭ ਤੋਂ ਪਹਿਲਾਂ ਹੈਗਾ ਅੰਗਰੇਜ਼ੀ ਭੂਮੀਕਰ ਵਿਵਸਥਾ ਵਿਰੋਧ ਕਿਸ ਨੇ ਵਿਰੋਧ ਕੀਤੇ? ਕਿੰਨੇ ਵਿਰੋਧ ਕੀਤੇ ਸੀ? ਕਿਸਾਨਾਂ ਨੇ। ਦੂਸਰਾ ਹੈਗਾ 1849 ਈਸਵੀ ਵਿੱਚ ਪੰਜਾਬ ਦੇ ਕਿਸ ਹਿੱਸੇ ਵਿੱਚ ਕਿਸਾਨਾਂ ਦੁਆਰਾ ਵਿਦਰੋਹ ਕੀਤਾ ਗਿਆ ਸੀਗਾ? ਤਾਂ ਪੰਜਾਬ ਦੇ ਪਟਿਆਲਾ ਹਿੱਸੇ ਦੇ ਵਿੱਚ, ਇਹ ਅਸੀਂ ਅੱਗੇ ਪੜ੍ਹਾਂਗੇ ਜਾ ਕੇ, ਪਟਿਆਲਾ ਹਿੱਸੇ ਵਿੱਚ ਵਿਦਰੋਹ ਕਰ ਦਿੱਤਾ ਸੀ ਕਿਸਾਨਾਂ ਨੇ। ਸਹੀ ਜਾਂ ਗਲਤ? ਅੰਗਰੇਜ਼ਾਂ ਵਿਰੁੱਧ ਸਿਰਫ ਸੈਨਿਕਾਂ ਨੇ ਹੀ ਵਿਰੋਧ ਕੀਤਾ? ਨਹੀਂ ਜੀ, ਸੈਨਿਕਾਂ ਨੇ ਅਸੀਂ ਪੜ੍ਹ ਚੁੱਕੇ ਹਾਂ ਕਿ ਅੰਗਰੇਜ਼ਾਂ ਵਿਰੁੱਧ ਕਿਸਾਨਾਂ ਨੇ ਵਿਰੋਧ ਕੀਤਾ ਸੀ। ਤਾਂ ਇਹ ਗਲਤ ਹੋ ਗਿਆ ਪ੍ਰਸ਼ਨ। ਅੰਗਰੇਜ਼ਾਂ ਦੀਆਂ ਨੀਤੀਆਂ ਕਾਰਨ ਕਿਸਾਨਾਂ ਦੀ ਹਾਲਤ ਬਹੁਤ ਚੰਗੀ ਹੋ ਗਈ, ਇਹ ਵੀ ਗਲਤ ਹੈ ਜੀ, ਕਿਉਂਕਿ ਅਸੀਂ ਦੇਖਿਆ ਕਿ ਅੰਗਰੇਜ਼ਾਂ ਦੀਆਂ ਨੀਤੀਆਂ ਕਾਰਨ ਕਿਸਾਨਾਂ ਦੀ ਹਾਲਤ ਬਹੁਤ ਮਾੜੀ ਹੋ ਗਈ ਸੀ। ਖਾਲਿਸਤਾਨ ਵਿਕਰੀ ਕਾਨੂੰਨ ਅਨੁਸਾਰ ਜਿਹੜਾ ਜ਼ਮੀਂਦਾਰ ਹਰ ਸਾਲ 31 ਮਾਰਚ, ਆਪਾਂ ਪੜ੍ਹਿਆ ਕਿ 31 ਮਾਰਚ ਤੱਕ ਜਿਹੜਾ ਨਹੀਂ ਜਮ੍ਹਾਂ ਕਰਾਉਂਦਾ ਸੀ ਉਸ ਦੀਆਂ ਜ਼ਮੀਨ ਆ ਜਿਹੜੀ ਉਹ ਜ਼ਬਤ ਕਰ ਲਈ ਜਾਂਦੀ ਸੀ। ਕਿਸਾਨ ਆਪਣਾ ਲਗਾਨ ਭਰਨ ਲਈ ਸ਼ਾਹੂਕਾਰ ਅਤੇ ਜ਼ਮੀਂਦਾਰ ਕੋਲ ਕਰਜ਼ਾ ਲੈਣ ਲਈ ਜਾਣ ਲੱਗ ਪਏ। ਅੱਗੇ ਆਪਾਂ ਪੜ੍ਹਦੇ ਹਾਂ ਕਿਸਾਨ ਵਿਦਰੋਹ ਦੇ ਸਥਾਨ। ਕਿਹੜੇ ਸਥਾਨ ਸਨ? ਪਹਿਲਾ ਹੈਗਾ ਪਾਗਲਪੰਥੀ ਵਿਦਰੋਹ। ਇਹ 1830-40 ਦੇ ਵਿੱਚ ਉੱਤਰੀ ਬੰਗਾਲ ਹਜਾਓਂ ਗਾਰੋ ਕਬੀਲਾ ਅਤੇ ਜ਼ਮੀਂਦਾਰਾਂ ਵਿੱਚ ਫੈਲਿਆ ਸੀ। ਇਸ ਦਾ ਮੁੱਖ ਰੀਜ਼ਨ ਜ਼ਮੀਂਦਾਰਾਂ ਦੇ ਜ਼ੁਲਮਾਂ ਦੇ ਖਿਲਾਫ ਸੀ। 1849 ਈਸਵੀ ਵਿੱਚ ਪੰਜਾਬ ਦੇ ਵੱਖ-ਵੱਖ ਭਾਗਾਂ ਜਿਵੇਂ ਪਟਿਆਲਾ, ਰਾਵਲਪਿੰਡੀ ਵਿੱਚ ਵੀ ਕਿਸਾਨਾਂ ਨੇ ਵਿਦਰੋਹ ਕਰ ਦਿੱਤਾ। ਸੰਥਾਲ ਵਿਦਰੋਹ 1855 ਈਸਵੀ ਵਿੱਚ ਹੋਇਆ ਸੀ, ਰਾਜ ਮਹਿਲ ਦੀਆਂ ਪਹਾੜੀਆਂ ਦੇ ਵਿੱਚ ਹੋਇਆ ਸੀ। ਸ਼ਾਹੂਕਾਰਾਂ ਦੇ ਜ਼ੁਲਮਾਂ ਖਿਲਾਫ ਕਰ ਇਕੱਠਾ ਕਰਨ ਵਾਲੇ ਅਧਿਕਾਰੀਆਂ ਦੇ ਰਵੱਈਏ ਖਿਲਾਫ ਅਤੇ ਸਰਕਾਰ ਦੁਆਰਾ ਸ਼ਿਫਟਿੰਗ ਖੇਤੀਬਾੜੀ ਕਰਨ 'ਤੇ ਰੋਕ ਕਾਰਨ ਇਹ ਜਿਹੜਾ ਵਿਦਰੋਹ ਹੋਇਆ ਸੀ। ਉਸ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਨੀਲ ਵਿਦਰੋਹ, ਜਿਹੜਾ ਕਿ 1858 ਈਸਵੀ ਤੋਂ ਲੈ ਕੇ 20ਵੀਂ ਸਦੀ ਦੀ ਸ਼ੁਰੂਆਤ ਤੱਕ ਬਿਹਾਰ, ਬੰਗਾਲ, ਚੰਪਾਰਨ, ਨੀਲ ਨਦੀ ਦੀ ਖੇਤੀ ਦੇ ਵਿਰੁੱਧ ਜਿਹੜਾ ਉਹ ਸ਼ੁਰੂ ਹੋਇਆ ਸੀ, ਵੱਧ ਲਗਾਨ ਦੇ ਕਾਰਨ ਸ਼ੁਰੂ ਹੋਇਆ ਸੀ। ਨੀਲ, ਹੁਣ ਆਪਾਂ ਬੱਚੋ ਨੀਲ ਵਿਦਰੋਹ ਬਾਰੇ ਪੜ੍ਹਾਂਗੇ। ਨੀਲ ਕੀ ਸੀ ਕਿ ਨੀਲ ਉਸ ਸਮੇਂ ਕੁਦਰਤੀ ਤੌਰ 'ਤੇ ਹੀ ਨੀਲ ਦਾ ਉਤਪਾਦਨ ਹੁੰਦਾ ਸੀ। ਨੀਲ ਕੱਪੜਾ ਉਦਯੋਗ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਵਰਤਿਆ ਜਾਂਦਾ ਸੀ। ਇਸ ਕਰਕੇ ਅੰਗਰੇਜ਼ਾਂ ਨੂੰ ਆਪਣੇ ਉਦਯੋਗਾਂ ਦੀ ਮੰਗ ਦੀ ਪੂਰਤੀ ਲਈ ਨੀਲ ਦੀ ਬਹੁਤ ਜ਼ਿਆਦਾ ਲੋੜ ਸੀ। ਇਸ ਕਰਕੇ ਉਹਨਾਂ ਨੇ ਬਿਹਾਰ, ਬੰਗਾਲ ਦੇ ਵਿੱਚ ਨੀਲ ਦੀ ਖੇਤੀ ਸ਼ੁਰੂ ਕਰਵਾ ਦਿੱਤੀ। ਅਤੇ ਇਹ ਖੇਤੀ ਹੈ ਜਿਹੜੀ ਉਸ ਦੇ ਲਈ ਉਹ ਕਿਸਾਨਾਂ ਦੇ ਨਾਲ ਜ਼ਬਰਦਸਤੀ ਵੀ ਕੀਤੀ ਗਈ। ਉਸ ਖੇਤੀ ਦੇ ਕਾਰਨ ਅੰਗਰੇਜ਼ ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ 'ਤੇ ਬਹੁਤ ਜ਼ੁਲਮ ਕਰਦੇ ਸਨ ਅਤੇ ਬਹੁਤ ਉੱਚਾ ਲਗਾਨ ਹਾਸਲ ਕਰਦੇ ਸਨ। ਜ਼ੁਲਮ ਵੀ ਕਰਦੇ ਸਨ ਅਤੇ ਉੱਚਾ ਲਗਾਨ ਵੀ ਉਹਨਾਂ ਤੋਂ ਹਾਸਲ ਕਰਦੇ ਸਨ।
ਨੀਲ ਦੀ ਖੇਤੀ ਕਾਰਨ ਬਿਹਾਰ ਬੰਗਾਲ ਵਿੱਚ ਖਾਦ ਫਸਲਾਂ ਦੀ ਉਪਜ ਬਹੁਤ ਘਟ ਗਈ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂਗਾ ਕਿ ਨਕਦੀ ਫਸਲਾਂ ਦੀ ਮੰਗ ਵਧਣ ਕਾਰਨ, ਲੋੜ ਵਧਣ ਕਾਰਨ ਖਾਦ ਫਸਲਾਂ ਦੀ ਉਪਜ ਜਿਹੜੀ ਘਟ ਗਈ। ਕਿਸਾਨਾਂ ਨੂੰ ਆਪਣੇ ਖਾਣ ਲਈ ਵੀ ਖਾਦ ਫਸਲਾਂ ਬੀਜਣ ਦੀ ਇਜਾਜ਼ਤ ਨਹੀਂ ਸੀ, ਇਸ ਲਈ ਉਹ ਮੁੱਲ ਲੈ ਕੇ ਆਪਣੇ ਖਾਣ ਦੇ ਲਈ ਅਨਾਜ ਖਰੀਦਦੇ ਸਨ। ਨੀਲ ਦੀ ਖੇਤੀ ਕਾਰਨ ਉਹਨਾਂ ਨੂੰ ਬਹੁਤ ਸਾਰੀਆਂ ਲਾ ਇਲਾਜ ਬਿਮਾਰੀਆਂ, ਖਾਸ ਤੌਰ 'ਤੇ ਹੱਥਾਂ ਪੈਰਾਂ ਦੀਆਂ ਬਿਮਾਰੀਆਂ ਨੇ ਉਹਨਾਂ ਨੂੰ ਘੇਰ ਲਿਆ ਸੀ। ਇਸ ਕਰਕੇ ਉਹਨਾਂ ਦੀ ਮੌਤ ਦੀ ਦਰ ਜਿਹੜੀ ਉਹ ਬਹੁਤ ਉੱਚੀ ਹੋ ਗਈ ਸੀ। ਹੁਣ ਇਸ ਦਾ ਵਿਦਰੋਹ, ਜਿਹੜੀਆਂ ਅਸੀਂ ਕਾਰਨ ਪੜ੍ਹ ਕੇ ਆਏ ਹੈਗੇ ਆ, ਇਸ ਕਾਰਨ ਬਹੁਤ ਸਾਰੇ ਵਿਦਰੋਹ ਆ ਜਿਹੜੇ ਉਹ ਸ਼ੁਰੂ ਹੋ ਗਏ ਸਨ। ਸਭ ਤੋਂ ਪਹਿਲਾਂ 1858 ਈਸਵੀ ਵਿੱਚ ਕਿਸਾਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਸ਼ੁਰੂ ਕੀਤਾ। ਕਿਸਾਨਾਂ ਨੇ ਅੰਗਰੇਜ਼ਾਂ ਦੀਆਂ ਫੈਕਟਰੀਆਂ 'ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਨੇ ਬਹੁਤ ਸਾਰੀ ਲੁੱਟਮਾਰ ਕਰ ਲਈ। 1866 ਈਸਵੀ ਵਿੱਚ ਚੰਪਾਰਨ ਵਿੱਚ ਕਿਸਾਨਾਂ ਨੇ ਵਿਦਰੋਹ ਕਰ ਦਿੱਤਾ। ਇਹ ਵਿਦਰੋਹ 20ਵੀਂ ਸਦੀ ਦੇ ਸ਼ੁਰੂ ਤੱਕ ਚੱਲਦੇ ਰਹੇ, ਜਦੋਂ ਤੱਕ ਬਨਾਵਟੀ ਨੀਲ ਦਾ ਉਤਪਾਦਨ ਸ਼ੁਰੂ ਨਹੀਂ ਹੋ ਗਿਆ। ਧਿਆਨ ਦਿਓ ਬੱਚਿਓ, ਇਹ ਨੀਲ ਦਾ ਉਤਪਾਦਨ ਉਹ ਕੁਦਰਤੀ ਤੌਰ 'ਤੇ ਹੁੰਦਾ ਸੀ ਪਹਿਲਾਂ, ਇਸ ਕਰਕੇ ਬਿਹਾਰ ਅਤੇ ਬੰਗਾਲ ਦੇ ਵਿੱਚ ਇਸ ਦੀ ਖੇਤੀ ਸ਼ੁਰੂ ਕੀਤੀ ਗਈ। ਪਰੰਤੂ 20ਵੀਂ ਸਦੀ ਦੇ ਸ਼ੁਰੂ ਵਿੱਚ ਆ ਕੇ ਬਨਾਵਟੀ ਨੀਲ ਜਿਹੜਾ ਉਹ ਪੈਦਾ ਹੋਣ ਲੱਗ ਗਿਆ। ਮਸ਼ੀਨਾਂ, ਉਦਯੋਗਾਂ ਦੇ ਲਈ ਦੀ ਮੰਗ ਦੀ ਪੂਰਤੀ ਲਈ ਬਨਾਵਟੀ ਨੀਲ ਆ ਜਿਹੜਾ ਉਹ ਬਣਾ ਲਿਆ ਗਿਆ। ਤਾਂ ਇਸ ਤਰ੍ਹਾਂ ਫਿਰ ਕੁਦਰਤੀ ਨੀਲ ਦੀ ਲੋੜ ਨਹੀਂ ਰਹਿ ਗਈ। ਇਸ ਕਾਰਨ ਇਹ ਵਿਦਰੋਹ ਆ ਜਿਹੜਾ ਉਹ ਹੌਲੀ ਹੌਲੀ ਖਤਮ ਹੋ ਗਿਆ। ਤਾਂ ਇਹ ਸਨ ਬੇਟਾ ਜਿਹੜਾ ਅਸੀਂ ਕਿਸਾਨਾਂ ਨੇ ਅੰਗਰੇਜ਼ਾਂ ਦੇ ਖਿਲਾਫ ਵਿਦਰੋਹ ਕੀਤੇ ਸਨ, ਉਹਨਾਂ ਬਾਰੇ ਅਸੀਂ ਇਹ ਜਾਣਕਾਰੀ ਪ੍ਰਾਪਤ ਕੀਤੀ ਆ। ਤਾਂ ਇਹਦੇ ਸੰਬੰਧ ਵਿੱਚ ਕੁਝ ਕੁਐਸਚਨ ਨੇ, ਉਹ ਪੜ੍ਹਨ ਤੋਂ ਪਹਿਲਾਂ ਆਪਾਂ ਜਰਾ ਝਾਤ ਮਾਰ ਲਈਏ ਕਿ ਕਿੱਥੋਂ ਆਪਾਂ ਸ਼ੁਰੂ ਹੋਏ ਸੀ। ਅੰਗਰੇਜ਼ ਭਾਰਤ ਵਿੱਚ ਆਏ, ਉਹਨਾਂ ਨੇ ਆਪਣੀਆਂ ਬਿਹਾਰ ਬੰਗਾਲ ਵਿੱਚ ਬਸਤੀਆਂ ਸਥਾਪਿਤ ਕੀਤੀਆਂ। ਉਸ ਤੋਂ ਬਾਅਦ ਕੁਝ ਪ੍ਰਬੰਧ ਲਾਗੂ ਕੀਤੇ। ਉਹਨਾਂ ਪ੍ਰਬੰਧਾਂ ਦੇ ਕਾਰਨ ਕਿਸਾਨਾਂ ਦੀ ਹਾਲਤ ਬਹੁਤ ਮਾੜੀ ਹੋ ਗਈ। ਮਾੜੀ ਹਾਲਤ ਹੋਣ ਦੀ ਵਜ੍ਹਾ ਨਾਲ ਕਿਸਾਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਵੱਖ-ਵੱਖ ਥਾਵਾਂ 'ਤੇ ਵਿਦਰੋਹ ਕਰਨੇ ਸ਼ੁਰੂ ਕਰ ਦਿੱਤੇ। ਜਿਵੇਂ ਪੰਜਾਬ ਦੇ ਵਿੱਚ ਪਟਿਆਲਾ ਦੇ ਵਿੱਚ ਵਿਰੋਧ ਹੋਏ ਸਨ, ਇਸੇ ਤਰ੍ਹਾਂ ਬਿਹਾਰ ਦੇ ਵਿੱਚ ਨੀਲ ਵਿਦਰੋਹ ਜਿਹੜੇ ਉਹ ਸ਼ੁਰੂ ਹੋਏ ਸਨ। ਤਾਂ ਇਹਨਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ ਨੀਲ ਉਦਯੋਗ ਦਾ ਵਿਦਰੋਹ, ਜਿਹੜਾ ਕਿ ਬਿਹਾਰ ਬੰਗਾਲ ਦੇ ਵਿੱਚ ਸ਼ੁਰੂ ਕੀਤਾ ਗਿਆ, ਚੰਪਾਰਨ ਦੇ ਵਿੱਚ ਸ਼ੁਰੂ ਕੀਤਾ ਗਿਆ। ਅਤੇ ਇਸ ਵਿਦਰੋਹ ਦਾ ਅੰਤ ਬਨਾਵਟੀ ਨੀਲ ਦੇ ਉਤਪਾਦਨ ਸ਼ੁਰੂ ਹੋਣ ਦੇ ਨਾਲ ਹੋ ਗਿਆ। ਤਾਂ ਬੱਚੋ, ਇਸ ਨਾਲ ਹੀ ਸਾਡਾ ਇਹ ਪਾਠ ਆ ਜਿਹੜਾ ਉਹ ਸਮਾਪਤ ਹੁੰਦਾ ਹੈ। ਤਾਂ ਹੁਣ ਅਸੀਂ ਇਸ ਦੀ ਛੋਟੀ ਜਿਹੀ ਰਿਵੀਜ਼ਨ ਕਰਾਂਗੇ। ਸਭ ਤੋਂ ਪਹਿਲਾ ਕੁਐਸਚਨ, 1866 ਈਸਵੀ ਵਿੱਚ ਚੰਪਾਰਨ ਵਿੱਚ ਕਿਸਾਨਾਂ ਦੇ ਵਿਦਰੋਹ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਸੈਨਿਕ ਵਿਦਰੋਹ? ਨਹੀਂ ਜੀ। ਬਿਰਸਾ ਮੁੰਡਾ ਵਿਦਰੋਹ? ਨਹੀਂ ਜੀ। ਨੀਲ ਵਿਦਰੋਹ? ਇਹ ਬਿਲਕੁਲ ਸਹੀ ਹੈ ਜੀ। ਇਸ ਨੂੰ ਕਿਹੜੇ ਵਿਦਰੋਹ ਨਾਲ ਜਾਣਦੇ ਆ? ਨੀਲ ਵਿਦਰੋਹ ਨਾਲ। ਸੰਨਿਆਸੀ ਵਿਦਰੋਹ ਵੀ ਨਹੀਂ, ਸੰਨਿਆਸੀ ਵਿਦਰੋਹ ਕੋਈ ਹੋਰ ਸੀ। ਨੀਲ ਵਿਦਰੋਹ ਦੀ ਸਮਾਪਤੀ ਕਿਉਂ ਹੋਈ? ਬਨਾਵਟੀ ਨੀਲ ਦੇ ਉਤਪਾਦਨ ਸ਼ੁਰੂ ਹੋਣ ਕਾਰਨ। ਬਿਲਕੁਲ ਸਹੀ ਹੈ ਜੀ। ਨੀਲ ਵਿਦਰੋਹ ਦੀ ਸਮਾਪਤੀ ਕਿਵੇਂ ਹੋਈ? ਬਨਾਵਟੀ ਨੀਲ ਦੇ ਉਤਪਾਦਨ ਸ਼ੁਰੂ ਹੋਣ ਨਾਲ। ਬਾਕੀ ਦੋਨੇ ਜਿਹੜੇ ਤਿੰਨੇ ਪੁਆਇੰਟ ਹੈਗੇ ਆ ਉਹ ਰੋਂਗ ਨੇ ਜੀ। ਉਸ ਤੋਂ ਬਾਅਦ ਸਹੀ ਜਾਂ ਗਲਤ? ਅੰਗਰੇਜ਼ਾਂ ਦੁਆਰਾ ਕਰ ਮੁਕਤ ਜ਼ਮੀਨਾਂ ਉੱਪਰ ਕਰ ਨਹੀਂ ਲਗਾਇਆ ਗਿਆ ਸੀ। ਇਹ ਗਲਤ ਆ ਜੀ, ਉਹਨਾਂ ਨੇ ਲਗਾਇਆ ਸੀ। ਨੀਲ ਵਿਦਰੋਹ ਦੀ ਸ਼ੁਰੂਆਤ ਬਿਹਾਰ ਅਤੇ ਬੰਗਾਲ ਵਿੱਚ ਹੋਈ ਸੀ। ਬਿਲਕੁਲ ਸਹੀ, ਇਸ ਦੀ ਸ਼ੁਰੂਆਤ ਬਿਹਾਰ ਅਤੇ ਬੰਗਾਲ ਦੇ ਵਿੱਚ ਹੋਈ ਸੀ। ਖਾਲਿਸਤਾਨ, ਅੰਗਰੇਜ਼ਾਂ ਨੇ ਡੈਸ਼ ਦੀ ਮੰਗ ਪੂਰਤੀ ਕਰਨ ਲਈ ਇਸ ਦੀ ਖੇਤੀ ਬਿਹਾਰ ਅਤੇ ਬੰਗਾਲ ਵਿੱਚ ਸ਼ੁਰੂ ਕੀਤੀ। ਕਿਸ ਦੀ ਖੇਤੀ ਸ਼ੁਰੂ ਕੀਤੀ ਬੇਟਾ? ਨੀਲ ਦੀ। ਨੀਲ ਦੀ ਵਰਤੋਂ ਕਿਹੜੇ ਉਦਯੋਗ ਵਿੱਚ ਕੀਤੀ ਜਾਂਦੀ ਸੀ? ਮੋਸਟਲੀ ਕੱਪੜਾ ਉਦਯੋਗ ਵਿੱਚ। ਸ਼ੁਰੂ ਵਿੱਚ ਨੀਲ ਬਨਾਵਟੀ ਰੂਪ ਵਿੱਚ ਨਹੀਂ ਮਿਲਦਾ ਸੀ, ਬਲਕਿ ਇਸ ਨੂੰ ਕਿਹੜੇ ਰੂਪ ਵਿੱਚ ਪ੍ਰਾਪਤ ਕਰਦੇ ਸੀ ਅਸੀਂ? ਕੁਦਰਤੀ ਰੂਪ ਦੇ ਵਿੱਚ। ਇਸੇ ਤਰ੍ਹਾਂ ਕੁਝ ਮਿਲਾਨ ਨੇ। ਇਹ ਕਿੱਥੇ ਕਿੱਥੇ ਵਿਦਰੋਹ ਹੋਏ ਸੀਗੇ? ਪਹਿਲਾ ਪਾਗਲਪੰਥੀ ਵਿਦਰੋਹ, ਰਾਜ ਮਹਿਲ ਦੀਆਂ ਪਹਾੜੀਆਂ, ਬਿਹਾਰ ਬੰਗਾਲ ਨੀਲ ਵਿਦਰੋਹ, ਰਾਜ ਮਹਿਲ ਦੀਆਂ ਪਹਾੜੀਆਂ, ਸੰਥਾਲ ਦਾ ਵਿਦਰੋਹ। ਤਾਂ ਇਸ ਤਰ੍ਹਾਂ ਬੇਟਾ ਅੱਜ ਦਾ ਲੈਸਨ ਹੈ ਜਿਹੜਾ ਉਹ ਖਤਮ ਹੁੰਦਾ ਹੈ। ਬਹੁਤ